कि घर घर दे विच चली गल चन्नी करदा मसले हल। नहीं चलेगी नहीं चलेगी नहीं चलेगी हेरा फेरी नहीं चलेगी नहीं चलेगी नहीं चलेगी। डायरैक्टर साहब ਨੂੰ ਮਿਲੇ ਆ, ਸੈਕਟਰੀ ਸਾਹਿਬ ਨੂੰ ਮਿਲੇ ਆ, ਹੈਲਥ ਮਿਨਿਸਟਰ ਨਾਲ ਵੀ ਮਿਲਿਆ, ਪਰ ਹਰ ਵਾਰ ਸਾਨੂੰ ਸਿਰਫ ਗੋਲੀ ਦੇ ਦਿੱਤੀ ਜਾਂਦੀ ਹੈ ਕਿ ਅਸੀਂ ਕਰਾਂਗੇ ਹੁੰਦਾ ਕੁਝ ਵੀ ਨਹੀਂ ਹੈ। ਸੋ ਇਸ ਵਾਰ ਤਾਂ ਅਸੀਂ ਮੀਟਿੰਗ ਕੀਤੀ ਹੈ ਸ਼੍ਰੀ ਓਪੀ ਸੋਨੀ ਜੀ ਨਾਲ, ਤੇ ਉਹਨਾਂ ਨੇ ਵੀ ਇਹੀ ਕਿਹਾ, ਉਹਨਾਂ ਨੇ ਸਿਰਫ ਇਹੀ ਕਹਿਤਾ ਕਿ ਬਈ ਅਸੀਂ ਕਰਨਾ ਹੀ ਨਹੀਂ ਚਾਹੁੰਦੇ। ਦੇਖੋ ਚੰਨੀ ਸਾਹਿਬ ਮਸਲੇ ਹੱਲ ਸਿਰਫ ਗੱਲਾਂ 'ਚ ਹੀ ਕਰਦੇ ਆ, ਜਿਹੜੇ ਗਰਾਊਂਡ ਲੈਵਲ ਦੀ ਗੱਲ ਕਰੀਏ ਤਾਂ ਚੰਨੀ ਸਾਹਿਬ ਦਾ ਕੋਈ ਮਸਲਾ ਮੈਂ ਤਾਂ ਦੇਖਿਆ ਨਹੀਂ ਕੋਈ ਇਹਨਾਂ ਨੇ ਹੱਲ ਕੀਤਾ ਹੈ। ਤੁਸੀਂ ਇੱਥੇ ਬੈਠੇ ਹੋ ਤੇ ਉਧਰ ਲੱਖਾਂ ਕਰੋੜਾਂ ਦੇ ਜਿਹੜੇ ਫਲੈਕਸ ਬੋਰਡ ਬੈਨਰ ਲੱਗੇ ਹੋਏ ਆ, ਇਹ ਫਰਕ ਨੂੰ ਸਮਝੀ ਕਿੱਦਾਂ? ਦੇਖੋ ਪਹਿਲੀ ਗੱਲ ਤੇ ਇਹ ਜਿੰਨੇ ਵੀ ਫਲੈਕਸ ਬੋਰਡ ਬੈਨਰ ਲੱਗਦੇ ਇਹ ਸਭ ਸਾਡੇ ਆਮ ਲੋਕਾਂ ਤੇ ਸਾਡੇ ਜੋ ਅਸੀਂ ਟੈਕਸ ਪੇ ਕਰਦੇ ਆ ਉਹਨਾਂ ਦੇ ਪੈਸਿਆਂ ਤੋਂ ਹੀ ਲੱਗਦੇ ਆ। ਪਹਿਲਾਂ ਇਹਨਾਂ ਨੇ ਕੈਪਟਨ ਸਾਹਿਬ ਦੇ ਲਗਾਏ ਸੀ, ਜਦ ਇਹਨਾਂ ਨੇ ਕੈਪਟਨ ਸਾਹਿਬ ਚਲੇ ਗਏ ਤਾਂ ਉਹ ਸਾਰੇ ਹਟਾ ਕੇ ਇੱਥੇ ਇਹਨਾਂ ਨੇ ਸਾਰੇ ਪੈਸੇ ਵੇਸਟ ਕੀਤੇ ਆ। ਤਾਂ ਜੋ ਜਿੱਥੇ ਪੈਸਾ ਦੇਣਾ ਚਾਹੀਦਾ ਸੀਗਾ, ਜਿੱਥੇ ਤਨਖਾਹ ਦੇਣੀਆਂ ਚਾਹੀਦੀ ਸੀ, ਰੋਜ਼ਗਾਰ ਦੇਣਾ ਚਾਹੀਦਾ ਸੀ ਲੋਕਾਂ ਨੂੰ, ਉਹ ਨਹੀਂ ਦਿੱਤਾ ਇਹਨਾਂ ਨੇ, ਇੱਥੇ ਸਾਰਾ ਪੈਸਾ ਵੇਸਟ ਕੀਤਾ। ਸਤਿ ਸ਼੍ਰੀ ਅਕਾਲ। ਡਾਕ ਟੈਲੀਵਿਜ਼ਨ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਗੋਬਿੰਦਜੀਤ ਸਿੰਘ ਕਰਦਾ ਹਾਂ ਸਵਾਗਤ। ਅੱਜ ਕੱਲ੍ਹ ਹਰ ਕਿਤੇ ਪੜ੍ਹਨ ਨੂੰ, ਸੁਣਨ ਨੂੰ, ਦੇਖਣ ਨੂੰ ਮਿਲ ਰਿਹਾ ਹੈ, ਚਰਚਾ ਦਾ ਵਿਸ਼ਾ ਹੈ ਪੰਜਾਬ ਦੇ ਵਿੱਚ ਕਿ ਘਰ ਘਰ ਦੇ ਵਿੱਚ ਚੱਲੀ ਗੱਲ ਚੰਨੀ ਕਰਦਾ ਮਸਲੇ ਹੱਲ। ਪਰੰਤੂ ਚੰਨੀ ਸਾਹਿਬ ਕਿੰਨੇ ਕੁ ਮਸਲੇ ਹੱਲ ਕਰ ਰਹੇ ਨੇ ਇਹ ਤਾਂ ਪਤਾ ਨਹੀਂ। ਧਰਨੇ ਪ੍ਰਦਰਸ਼ਨ ਜਿਹੜੇ ਨੇ ਇਹਨਾਂ ਦਾ ਮਸਲਾ ਹਾਲੇ ਤੱਕ ਹੱਲ ਨਹੀਂ ਹੋ ਰਿਹਾ। ਪੂਰੇ ਪੰਜਾਬ ਭਰ ਦੇ ਵਿੱਚ ਥਾਂ ਥਾਂ ਦੇ ਉੱਤੇ ਵੱਖ-ਵੱਖ ਵਿਭਾਗਾਂ ਵੱਲੋਂ, ਵੱਖ-ਵੱਖ ਜਥੇਬੰਦੀਆਂ ਵੱਲੋਂ, ਵੱਖ-ਵੱਖ ਯੂਨੀਅਨਾਂ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ, ਜਾਇਜ਼ ਮੰਗਾਂ ਨੂੰ ਲੈ ਕੇ ਲੋਕਤੰਤਰੀ ਤਰੀਕੇ ਦੇ ਨਾਲ, ਸ਼ਾਂਤਮਈ ਤਰੀਕੇ ਦੇ ਨਾਲ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ। ਕਿਤੇ ਦਰੀਆਂ ਵਿਛਾ ਕੇ, ਕਿਤੇ ਚੌਂਕ ਨੂੰ ਬੰਦ ਕਰਕੇ, ਕਿਤੇ ਕਲਮ ਛੋੜ ਹੜਤਾਲ ਕਰਕੇ। ਤੇ ਕਲਮ ਛੋੜ ਹੜਤਾਲ ਲਗਾਤਾਰ ਨਰਸਿੰਗ ਐਸੋਸੀਏਸ਼ਨ ਦੀ ਜਿਹੜੀ ਚੱਲ ਰਹੀ ਸੀ। ਸਰਕਾਰੀ ਹਸਪਤਾਲ ਹੁਸ਼ਿਆਰਪੁਰ ਦੇ ਵਿੱਚ ਲੰਬੇ ਸਮੇਂ ਤੋਂ ਹੜਤਾਲ ਕਰ ਰਿਹਾ ਸਟਾਫ, ਅਤੇ ਅੱਜ ਸ਼ਹਿਰ ਹੁਸ਼ਿਆਰਪੁਰ ਦਾ ਸਭ ਤੋਂ ਵੱਡਾ ਤੇ ਅਹਿਮ ਚੌਂਕ, ਜਿੱਥੋਂ ਲਗਭਗ ਕਿ 80% ਤੋਂ ਵੱਧ ਟ੍ਰੈਫਿਕ ਗੁਜ਼ਰਦੀ ਹੈ, ਵਾਹਨ ਗੁਜ਼ਰਦੇ ਨੇ। ਵੱਖ-ਵੱਖ ਵੱਡੇ ਸ਼ਹਿਰਾਂ ਤੋਂ ਆਉਣ ਜਾਣ ਵਾਲੇ ਲੋਕ ਗੱਲਬਾਤ ਕਰਦੇ ਸਾਡੇ ਨਾਲ ਸਟਾਫ ਤੋਂ ਨੇ। ਭਾਜੀ ਇਹਨਾਂ ਨਾਲ ਗੱਲਬਾਤ ਕਰਦੇ। ਭਾਈ ਸਾਹਿਬ, ਕਿਹੜੀਆਂ ਮੰਗਾਂ ਆ ਜਿਨ੍ਹਾਂ ਨੂੰ ਲੈ ਕੇ ਅੱਜ ਚੌਂਕ ਦੇ ਵਿੱਚ ਬੈਠਣਾ ਪੈ ਗਿਆ ਕੰਮਕਾਰ ਛੱਡ ਕੇ? ਦੇਖੋ ਮੰਗਾਂ ਦੇ ਵਿੱਚ ਪਹਿਲਾਂ ਤਾਂ ਸਾਡੀ ਸਭ ਤੋਂ ਵੱਡੀ ਮੰਗ ਇਹੀ ਸੀਗੀ ਕਿ ਜਿਹੜਾ ਪੇ ਕਮਿਸ਼ਨ ਹੈ, 6th ਪੇ ਕਮਿਸ਼ਨ, ਇਹ ਲੰਗੜਾ ਪੇ ਕਮਿਸ਼ਨ ਹੈ, ਇਹਦੇ ਵਿੱਚ ਸਰਕਾਰ ਨੇ ਸਭ ਤੋਂ ਵੱਡੀ ਸਾਡੇ ਤੇ ਮਾਰ ਇਹ ਕੀਤੀ ਹੈ ਕਿ ਜਿਹੜਾ ਨਰਸਿੰਗ ਕੈਡਰ ਦਾ ਪੇ ਸਕੇਲ ਸੀਗਾ ਉਹਨੂੰ ਹੀ ਘਟਾ ਦਿੱਤਾ। ਸੋ ਇਹ ਜਿਹੜਾ ਸੀਗਾ ਇਹ ਤਾਂ ਪਹਿਲਾਂ ਹੀ ਸਾਨੂੰ ਪਿਛਲੀ ਵਾਰੀ ਬਹੁਤ ਲੇਟ ਮਿਲਿਆ ਸੀ, ਤੇ ਉਲਟਾ ਇਸ ਵਾਰੀ ਇਹਨਾਂ ਨੇ ਘਟਾਤਾ। ਤੇ ਇਹਦੇ ਲਈ ਅਸੀਂ ਕਾਫੀ ਵਾਰ ਸਰਕਾਰ ਨਾਲ ਮਿਲੇ ਆ, ਡਾਇਰੈਕਟਰ ਸਾਹਿਬ ਨੂੰ ਮਿਲੇ ਆ, ਸੈਕਟਰੀ ਸਾਹਿਬ ਨੂੰ ਮਿਲੇ ਆ, ਹੈਲਥ ਮਿਨਿਸਟਰ ਨਾਲ ਵੀ ਮਿਲਿਆ, ਪਰ ਹਰ ਵਾਰ ਸਾਨੂੰ ਸਿਰਫ ਗੋਲੀ ਦੇ ਦਿੱਤੀ ਜਾਂਦੀ ਹੈ ਕਿ ਅਸੀਂ ਕਰਾਂਗੇ ਹੁੰਦਾ ਕੁਝ ਵੀ ਨਹੀਂ ਹੈ। ਸੋ ਇਸ ਵਾਰ ਤਾਂ ਅਸੀਂ ਮੀਟਿੰਗ ਕੀਤੀ ਹੈ ਸ਼੍ਰੀ ਓਪੀ ਸੋਨੀ ਜੀ ਨਾਲ, ਤੇ ਉਹਨਾਂ ਨੇ ਵੀ ਇਹੀ ਕਿਹਾ, ਉਹਨਾਂ ਨੇ ਸਿਰਫ ਇਹੀ ਕਹਿਤਾ ਕਿ ਬਈ ਅਸੀਂ ਕਰਨਾ ਹੀ ਨਹੀਂ ਚਾਹੁੰਦੇ। ਸੋ ਇਸ ਕਰਕੇ ਅਸੀਂ ਇਹ ਬਿਲਕੁਲ ਨਹੀਂ ਸਹਾਂਗੇ, ਤੇ ਆਪਣਾ ਜਿਹੜਾ ਧਰਨਾ ਜਿਹੜਾ ਹੈਗਾ ਉਹ ਹੋਰ ਤਿੱਖਾ ਕਰਾਂਗੇ, ਆਪਣਾ ਸੰਘਰਸ਼ ਹੋਰ ਤਿੱਖਾ ਕਰਾਂਗੇ, ਕਿਉਂਕਿ ਇਹ ਸਾਡੀਆਂ ਜਾਇਜ਼ ਮੰਗਾਂ ਨੇ, ਕੋਈ ਨਾਜਾਇਜ਼ ਮੰਗ ਅਸੀਂ ਮੰਗੀ ਵੀ ਨਹੀਂ ਹੈ। ਸੋ ਜੇ ਸਰਕਾਰ ਸਾਡੀ ਜਾਇਜ਼ ਮੰਗ ਵੀ ਪੂਰੀ ਨਹੀਂ ਕਰ ਸਕਦੀ, ਉਹ ਵੀ ਆਪਣੇ ਮਹਿਕਮੇ ਦੀ, ਸਰਕਾਰੀ ਮਹਿਕਮੇ ਦੀ, ਸੋ ਜਿਹੜੇ ਸਿਹਤ ਕਰਮੀ ਹੈਗੇ ਆ ਉਹ ਜਿਹੜੇ ਰੀੜ੍ਹ ਦੀ ਹੱਡੀ ਹੁੰਦੇ ਆ ਤੇ ਸਿਹਤ ਮਹਿਕਮੇ ਦੀ, ਤੇ ਉਹ ਵੀ ਜੇ ਉਹ ਚੀਜ਼ ਨਹੀਂ ਕਰ ਸਕਦੇ ਤਾਂ ਉਹ ਬਹੁਤ ਬੁਰੀ ਗੱਲ ਹੈ ਸਰਕਾਰ ਲਈ। ਸੋ ਇਸ ਕਰਕੇ ਜਦੋਂ ਤੱਕ ਇਹ ਸਾਡੀ ਮਸਲਿਆਂ ਦਾ ਹੱਲ ਨਹੀਂ ਹੁੰਦਾ ਅਸੀਂ ਆਪਣਾ ਸੰਘਰਸ਼ ਇੱਦਾਂ ਹੀ ਜਾਰੀ ਰੱਖਾਂਗੇ। ਚੰਨੀ ਸਾਹਿਬ ਕਹਿੰਦੇ ਵੀ ਮਸਲੇ ਮੈਂ ਹੱਲ ਕਰਦਾ, ਮੈਂ ਮੰਜਾ ਵੀ ਬੁਣ ਲੈਂਦਾ, ਮੈਂ ਗੁੜ ਦੇ ਜਿਹੜੇ ਵੇਲਣੇ ਹੁੰਦੇ ਉਹ 'ਚ ਖੁਰੀ ਵੀ ਝੋਕਦਾ ਰਿਹਾ, ਮੈਂ ਟੈਂਟ ਸਾਊਂਡ ਵੀ ਲਾਉਂਦਾ ਰਿਹਾ, ਬਾਕੀ ਸਾਰਾ ਤੁਸੀਂ ਜਾਣਦੇ ਹੋ, ਦਰਸ਼ਕ ਵੀ ਜਾਣਦੇ ਹੋ। ਪਰ ਤੁਹਾਡੇ ਵਾਲਾ ਮਸਲਾ ਕਿਉਂ ਨਹੀਂ ਹੱਲ ਕਰ ਪਾ ਰਹੇ ਚੰਨੀ ਸਾਹਿਬ? ਹੁਣ ਤਾਂ ਪਾਵਰ ਉਹਨਾਂ ਦੇ ਕੋਲ ਇਸ ਵੇਲੇ, ਮੌਕੇ ਦੇ ਮੁੱਖ ਮੰਤਰੀ ਨੇ। ਦੇਖੋ ਚੰਨੀ ਸਾਹਿਬ ਮਸਲੇ ਹੱਲ ਸਿਰਫ ਗੱਲਾਂ 'ਚ ਹੀ ਕਰਦੇ ਆ, ਜਿਹੜੇ ਗਰਾਊਂਡ ਲੈਵਲ ਦੀ ਗੱਲ ਕਰੀਏ ਤਾਂ ਚੰਨੀ ਸਾਹਿਬ ਦਾ ਕੋਈ ਮਸਲਾ ਮੈਂ ਤਾਂ ਦੇਖਿਆ ਨਹੀਂ ਕੋਈ ਇਹਨਾਂ ਨੇ ਹੱਲ ਕੀਤਾ ਹੈ। ਸਾਡਾ ਮਸਲਾ ਦੇਖੋ ਇੰਨੇ ਮਹੀਨਿਆਂ ਤੋਂ ਅਸੀਂ ਲੱਗੇ ਹੋਏ ਹਾਂ ਤੇ ਆਪਣੀ ਜਾਇਜ਼ ਮੰਗਾਂ ਲਈ ਲੱਗੇ ਆ, ਪਰ ਸਾਡਾ ਕੋਈ ਮਸਲਾ ਹੱਲ ਤਾਂ ਕੀ ਕਰਨਾ, ਉਲਟਾ ਚੰਨੀ ਸਰਕਾਰ ਨੇ ਤਾਂ ਸਾਡੇ ਮਸਲੇ ਵਧਾਤੇ ਆ, ਸਾਡੇ ਭੱਤੇ ਘੱਟ ਕਰਤੇ ਆ। ਜੋ ਸਾਨੂੰ ਇੰਨੇ ਸਾਲਾਂ ਤੋਂ ਚੱਲੇ ਆ ਰਹੇ ਸੀ, ਕਿਸੇ ਸਰਕਾਰ ਨੇ ਸਾਡੇ ਭੱਤੇ ਘੱਟ ਨਹੀਂ ਕੀਤੇ ਸੀ, ਇਹਨਾਂ ਨੇ ਇਹ ਵੀ ਕੰਮ ਆਂਦੇ ਹੀ ਕਰਤਾ ਕਿ ਸਾਡੇ ਭੱਤੇ ਘੱਟ ਕਰਤੇ। ਜਾਂਦੇ ਜਾਂਦੇ ਤਾਂ ਸਰਕਾਰਾਂ ਦੇ ਕੇ ਜਾਂਦੀਆਂ ਤੇ ਜਾਂਦੇ ਜਾਂਦੇ ਖੋ ਕੇ ਜਾ ਰਹੇ ਸਾਡੇ ਤੋਂ ਜੋ ਮਿਲਦਾ ਸੀ। ਬੜੇ ਚੌਂਕ ਦੇ ਵਿੱਚ ਫਲੈਕਸ ਲੱਗੇ ਨੇ ਸਾਹਮਣੇ ਕਿ ਸਭ ਤੋਂ ਸਸਤੀ ਬਿਜਲੀ, ਉੱਧਰ ਲੱਗਾ ਹੁਨਰਮੰਦ ਕਾਮਿਆਂ ਨੂੰ ਕੁਝ ਪੈਸਿਆਂ ਦੀ ਰਕਮ ਲਿਖੀ ਹੈ ਕਿ ਇੰਨੇ ਜਿਹੜੇ ਪੈਸੇ ਰੁਪਈਏ ਉਹਨਾਂ ਨੂੰ ਕੋਈ ਬਕਾਇਆ ਜਾਂ ਉਜਰਤ ਲਿਖਿਆ ਹੋਇਆ। ਤਾਂ ਤੁਸੀਂ ਇੱਥੇ ਬੈਠੇ ਹੋ ਤੇ ਉਧਰ ਲੱਖਾਂ ਕਰੋੜਾਂ ਦੇ ਜਿਹੜੇ ਫਲੈਕਸ ਬੋਰਡ ਬੈਨਰ ਲੱਗੇ ਹੋਏ ਆ, ਇਹ ਫਰਕ ਨੂੰ ਸਮਝੀਏ ਕਿੱਦਾਂ?
ਦੇਖੋ ਪਹਿਲੀ ਗੱਲ ਤੇ ਇਹ ਜਿੰਨੇ ਵੀ ਫਲੈਕਸ ਬੋਰਡ ਬੈਨਰ ਲੱਗਦੇ ਇਹ ਸਭ ਸਾਡੇ ਆਮ ਲੋਕਾਂ ਤੇ ਸਾਡੇ ਜੋ ਅਸੀਂ ਟੈਕਸ ਪੇ ਕਰਦੇ ਆ ਉਹਨਾਂ ਦੇ ਪੈਸਿਆਂ ਤੋਂ ਹੀ ਲੱਗਦੇ ਆ। ਪਹਿਲਾਂ ਇਹਨਾਂ ਨੇ ਕੈਪਟਨ ਸਾਹਿਬ ਦੇ ਲਗਾਏ ਸੀ, ਜਦ ਇਹਨਾਂ ਨੇ ਕੈਪਟਨ ਸਾਹਿਬ ਚਲੇ ਗਏ ਤਾਂ ਉਹ ਸਾਰੇ ਹਟਾ ਕੇ ਇੱਥੇ ਇਹਨਾਂ ਨੇ ਸਾਰੇ ਪੈਸੇ ਵੇਸਟ ਕੀਤੇ ਆ। ਤਾਂ ਜੋ ਜਿੱਥੇ ਪੈਸਾ ਦੇਣਾ ਚਾਹੀਦਾ ਸੀਗਾ, ਜਿੱਥੇ ਤਨਖਾਹ ਦੇਣੀਆਂ ਚਾਹੀਦੀ ਸੀ, ਰੋਜ਼ਗਾਰ ਦੇਣਾ ਚਾਹੀਦਾ ਸੀ ਲੋਕਾਂ ਨੂੰ, ਉਹ ਨਹੀਂ ਦਿੱਤਾ ਇਹਨਾਂ ਨੇ, ਇੱਥੇ ਸਾਰਾ ਪੈਸਾ ਵੇਸਟ ਕੀਤਾ ਇਹਨਾਂ ਨੇ। ਠੀਕ ਹੈ, ਤਾਂ ਇਹ ਸਨ ਮੁਲਾਜ਼ਮ ਜਿਹੜੇ ਕਿ ਲਗਾਤਾਰ ਇੱਥੇ ਧਰਨੇ ਪ੍ਰਦਰਸ਼ਨ ਤੇ ਬੈਠੇ ਹੋਏ ਨੇ। ਚੌਂਕ ਜਿਹੜਾ ਸਾਰਾ ਜਾਮ ਕੀਤਾ ਹੋਇਆ ਹੈ ਸਟਾਫ ਵੱਲੋਂ। ਵੱਖ-ਵੱਖ ਤਖਤੀਆਂ ਜਿਹੜੀਆਂ ਕਰੋਨਾ ਵਾਰੀਅਰਸ ਜਿੰਦਾਬਾਦ, ਕਰੋਨਾ ਯੋਧੇ ਜਿੰਦਾਬਾਦ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰੋ, ਹੋਰ ਕਈ ਹੱਕੀ ਮੰਗਾਂ ਨੂੰ ਲੈ ਕੇ ਤਖਤੀਆਂ ਫੜ ਕੇ ਇੱਕ ਵਾਰੀ ਜਾਂਦੇ ਜਾਂਦੇ ਦਿਖਾ ਦਈਏ ਅਸੀਂ ਪਾਰਸ ਜੀ ਕਿ ਕਿਸ ਤਰ੍ਹਾਂ ਜਿਹੜੀਆਂ ਆ ਸਟਾਫ ਤੋਂ ਸਾਰਾ ਸਟਾਫ ਜਿਹੜਾ ਉਹ ਇੱਥੇ ਬੈਠਾ ਹੋਇਆ ਹੈ ਤੇ ਅਨਾਉਂਸਮੈਂਟਸ ਲਗਾਤਾਰ ਹੋ ਰਹੀਆਂ ਨੇ ਕਿ ਜੇਕਰ ਕੋਈ ਐਂਬੂਲੈਂਸ ਹੈ, ਜੇ ਕੋਈ ਐਮਰਜੈਂਸੀ ਸੇਵਾਵਾਂ ਦੇ ਨਾਲ ਸੰਬੰਧਿਤ ਵਾਹਨ ਹੈ ਉਸ ਨੂੰ ਲੰਘਣ ਦਿੱਤਾ ਜਾਵੇ। ਤੇ ਲੋਕ ਜਿਹੜੇ ਨੇ ਕਾਲੇ ਜ਼ਰੂਰ ਨੇ ਆਪੋ ਆਪਣੀ ਮੰਜ਼ਿਲ ਤੇ ਜਾਣ ਦੇ ਲਈ ਫਸੇ ਹੋਏ ਨੇ। ਲੋਕ ਬਹੁਤ ਲੰਬੇ ਜਾਮ ਲੱਗ ਚੁੱਕੇ ਨੇ ਕਿਉਂਕਿ ਜਲੰਧਰ, ਚੰਡੀਗੜ੍ਹ, ਪਠਾਨਕੋਟ, ਹਿਮਾਚਲ ਬਿਲਕੁਲ ਨਾਲ ਸਟਿਆ ਹੋਇਆ ਇਲਾਕਾ ਹੈ। ਹੁਸ਼ਿਆਰਪੁਰ ਦੇ ਕੰਢੀ ਦਾ ਨੀਮ ਪਹਾੜੀ ਇਲਾਕਾ ਹੈ। ਲੋਕ ਫਸੇ ਜ਼ਰੂਰ ਹੋਏ ਨੇ ਪਰ ਸਟੇਜ ਤੋਂ ਇਹ ਬੇਨਤੀ ਕੀਤੀ ਜਾ ਰਹੀ ਹੈ ਕਿ ਲੋਕ ਉਹਨਾਂ ਦਾ ਸਾਥ ਦੇਣ। ਕੁਝ ਚੰਦ ਘੰਟੇ ਦਾ ਇਹ ਜਿਹੜਾ ਪ੍ਰਦਰਸ਼ਨ ਹੈ ਉਸ ਤੋਂ ਬਾਅਦ ਪ੍ਰਦਰਸ਼ਨ ਖਤਮ ਹੋ ਜਾਵੇਗਾ। ਫਿਲਹਾਲ ਦੇ ਲਈ ਕੈਮਰਾ ਪਰਸਨ ਪਾਰਸ ਕਪੂਰ ਦੇ ਨਾਲ ਮੈਨੂੰ ਯਾਨੀ ਗੋਬਿੰਦਜੀਤ ਸਿੰਘ ਨੂੰ ਦਿਓ ਇਜਾਜ਼ਤ। ਹਾਲੇ ਤੱਕ ਜੇਕਰ ਤੁਸੀਂ ਇਸ ਪੇਜ ਨੂੰ ਲਾਈਕ ਤੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਲਾਈਕ ਸਬਸਕ੍ਰਾਈਬ ਕਰ ਲੈਣਾ ਤੇ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਚੰਨੀ ਸਾਹਿਬ ਸੱਚਮੁੱਚ ਮਸਲੇ ਹੱਲ ਕਰਦੇ ਨੇ ਕਿ ਜਾਂ ਸਿਰਫ ਇਹ ਮਸਲੇ ਫਲੈਕਸ ਬੋਰਡਾਂ ਦੇ ਉੱਤੇ ਹੱਲ ਕੀਤੇ ਜਾਣ ਦਾ ਦਾਅਵਾ ਕਰਦੇ ਹੀ ਨਜ਼ਰ ਆਉਣਗੇ। ਧੰਨਵਾਦ।